बेटा अज असीं कर रहे हैं पंजाबी का नैक्सट जिहड़ा अपना चैप्टर है 11th उडारी। ठीक है ना। स्टूडेंट लिसन टू मी। बेटा बोलिए। बेटा दसो मैनू तुहानू समझ आ रही है मेरी? हजे तक किसी ने यस ओके गुड आफ्टरनून। तो मैंने पता लग गया कि बच्चे पहुंचे हुए हैं। तो बेटा मेरे मैं लैसन जिहड़ा हैगा तुहाडे नाल शेयर कीता है, दिख रहा है स्क्रीन के ऊपर? बेटा तुहानू स्क्रीन के ऊपर लैसन शो हो रहे हैं ना स्टूडेंट्स? मैम यस ओके तो बेटा स्टार्ट कर दिया। यस ओके 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 पुष्पिंदर कौर स्टार्ट कर दिया बेटा। हो रहा रीडिंग स्टार्ट कर दिया बेटे चैप्टर दी। चैप्टर का नाम है उडारी। ओके मैं बेटे रीडिंग शुरू कर दी। लिसन केयरफुली, ध्यान नाल सुनना चैप्टर नो, स्टोरी Yes. समझ लेना। उस तो बाद उहदे क्वेश्चन आंसर जेहड़े एमसीक्यू ने उन्होंने सॉल्व करने की कोशिश करना। वैसे मैं उन्होंने पीडीएफ सेंड करूंगी लास्ट दे विच। ठीक है जेहड़े सोल्यूशन होणगे क्वेश्चन पंजाबी दे, पर तुसीं पहला कोशिश करनी है कि तुहानू थोड़ा बहुत जो तुसीं कर सको तो सॉल्व करो। ठीक है एमसीक्यू फिलिप्स ने जिहड़ियां ओके तुसीं अपनी बुक ते ही सॉल्व करोगे। ओनली क्वेश्चन आंसर राइट ऑन योर फेयर नोटबुक। ठीक है सिर्फ पंजाबी की फेयर नोटबुक ते तुसीं क्वेश्चन आंसर ही लिखोगे। ओके स्टूडेंट्स? ओके मैम ओके मैम ओके ओके जीत कोल भावें जमीन बहुत ज्यादा नहीं सी। बेटे चैप्टर का नाम उडारी है, इहदे विच करैक्टर लिया गया जीत नाम का पर्सन है, ओदी स्टोरी है। मैं पढ़ रही हूं ध्यान नाल सुनियो। जीत कोल भावें जमीन ज्यादा नहीं सी पर वो थोड़ा पढ़िया लिखिया होने करके अपना गुजारा वधिया चला रहा सी। जे उसने पिंड विच किसी तो पैसे लेने नहीं सन तां देने भी नहीं सन। उसके माँ बाप उसनों पहला ही विछोड़ा दे चुके सन, पर जीत ने फिर भी हौसला नहीं, वो अपने पैरों ते खड़ा हो गया। पैरों ते खड़ा मतलब उन्हें इन्ना क काम अपना कर लिया, उसकी कबीलदारी वधिया तरीके नाल चलण लगी। ठीक है ना। वो अपने खेतों विच काम करदा रहिंदा ते वधिया फसल पैदा करदा। वो पैसे विच खरा होण करके आड़तीए भी उसदे मगर फिरदे रहिंदे कि फसल साडे कोल लैके आवीं। इस तरह उसकी जान पछाण बढ़ती गई। जान पछाण हुंदा बेटे उहनूं लोग जानण लगे, बाहर उहनूं लोग उहदा नाम सुन के उहनूं पहचानण लगे। ठीक है उहनूं आपां जान पहचान कहने आ। ਇਹ ਸੁਣ ਕੇ ਦੂਰੇ ਨੇੜਿਓਂ ਉਸ ਨੂੰ ਰਿਸ਼ਤੇਦਾਰ ਵੀ ਆਉਣ ਲੱਗੇ। ਉਹਦੇ ਘਰ ਰਿਸ਼ਤੇਦਾਰ ਆਉਣ ਲੱਗੇ। ਉਹਨੂੰ ਪਤਾ ਲੱਗਿਆ ਕਿ ਉਹ ਕਬੀਲਦਾਰ ਬਣਦਾ ਜਾਂਦਾ। ਫਿਰ ਇੱਕ ਨੇੜੇ ਦੇ ਰਿਸ਼ਤੇਦਾਰ ਨੇ ਰਿਸ਼ਤਾ ਕਰਵਾ ਦਿੱਤਾ। ਉਸ ਲੜਕੇ ਦਾ ਬੇਟੇ ਵਿਆਹ ਹੋ ਗਿਆ, ਉਹਦਾ ਰਿਸ਼ਤਾ ਕਰਾਤਾ। ਠੀਕ ਹੈ ਉਹਦਾ ਰਿਸ਼ਤਾ ਜਿਹੜਾ ਹੈਗਾ ਜੀਤ ਦਾ ਬਹੁਤ ਵਧੀਆ ਢੰਗ ਨਾਲ ਹੋਇਆ ਬੇਟੇ। ਉਹਨੂੰ ਇੱਕ ਬੜੀ ਵਧੀਆ ਸੁਨੱਖੀ ਕੁੜੀ ਮਿਲੀ ਬੇਟੇ। ਉਹ ਜੀਤ ਦੀ ਬਹੁਤ ਸੇਵਾ ਕਰਦੀ ਸੀ ਤੇ ਜਦੋਂ ਵੀ ਉਹ ਘਰ ਆਈ ਤਾਂ ਉਹਨੇ ਘਰ ਦਾ ਨਕਸ਼ਾ ਬਦਲਤਾ, ਯਾਨੀ ਕਿ ਵਧੀਆ ਕੁੜੀ ਮਿਲ ਗਈ ਉਸਨੂੰ। ਜੀਤ ਹੁਣ ਜ਼ਿਆਦਾ ਸਮਾਂ ਖੇਤਾਂ ਵਿੱਚ ਲਗਾਉਂਦਾ ਤੇ ਫਸਲ ਪਹਿਲਾਂ ਨਾਲੋਂ ਵੀ ਚੰਗੀ ਹੋਣ ਲੱਗੀ। ਜੀਤ ਨੇ ਆਪਣੀ ਘਰਵਾਲੀ ਦਾ ਨਾਂ ਭਾਗਾ ਵਾਲੀ ਰੱਖਿਆ ਸੀ। ਉਹਨੇ ਬੇਟੇ ਭਾਗਾ ਵਾਲੀ ਕਹਿੰਦਾ ਹੁੰਦਾ ਸੀ ਆਪਣੀ ਘਰਵਾਲੀ ਨੂੰ, ਕਿਉਂਕਿ ਜਦੋਂ ਦਾ ਉਸਦੇ ਘਰ ਵਿੱਚ ਪੈਰ ਪਾਇਆ ਸੀ ਤਾਂ ਜੀਤ ਦਾ ਜਿਹੜਾ ਕੰਮ ਹੈ ਉਹ ਵੱਧਦਾ ਜਾ ਰਿਹਾ ਸੀ। ਲੋਕ ਵੀ ਖੁੰਡਾਂ ਤੇ ਬੈਠੇ ਬੈਠੇ ਇਹ ਗੱਲਾਂ ਕਰਦੇ ਰਹਿੰਦੇ ਕਿ ਘਰਵਾਲੀ ਵਾਕਿਆ ਹੀ ਭਾਗਾ ਵਾਲੀ ਹੈ। ਭਾਗਾ ਵਾਲੀ ਮਤਲਬ ਜਿਹਦੇ ਆਉਣ ਨਾਲ ਘਰ ਦੇ ਵਿੱਚ ਭਾਗ ਲੱਗ ਜਾਣ, ਉਹਨੂੰ ਆਪਾਂ ਭਾਗਾਂ ਵਾਲੀ ਕਹਿ ਦਿੰਦੇ ਹਾਂ। ਠੀਕ ਹੈ ਆਮਦਨ ਵਧਣ ਲੱਗ ਜਾਏ ਜਾਂ ਘਰ 'ਚ ਖੁਸ਼ੀਆਂ ਆ ਜਾਣ। ਜਦੋਂ ਦੀ ਆਈ ਹੈ ਜੀਤ ਦੇ ਤਾਂ ਹਾਲਾਤ ਹੀ ਬਦਲ ਗਏ। ਠੀਕ ਹੈ ਅੱਜ ਉਸਦੇ ਘਰ ਕੀ ਨਹੀਂ ਸੀ, ਖੇਤੀ ਦੇ ਹਰ ਛੋਟੇ ਵੱਡੇ ਸੰਦ ਤੋਂ ਲੈ ਕੇ ਹਰ ਲੋੜ ਵਾਲੀ ਚੀਜ਼ ਰੱਬ ਨੇ ਤਾਂ ਉਸਦੇ ਨੇੜੇ ਹੀ ਹੋ ਕੇ ਹੀ ਸੁਣ ਲਈ। ਯਾਨੀ ਕਿ ਮਤਲਬ ਉਹਨੇ ਕਬੀਲਦਾਰੀ ਬਹੁਤ ਔਖਿਆਂ ਹੋ ਕੇ ਚੱਕੀ ਸੀ ਬੇਟੇ, ਕਿਉਂਕਿ ਉਹਦੇ ਮਾਂ-ਬਾਪ ਦਾ ਸਾਇਆ ਉਹਦੇ ਸਿਰ ਤੇ ਨਹੀਂ ਸੀ ਤਾਂ ਉਹਨੇ ਬਹੁਤ ਸਾਰਾ ਕੰਮ ਬਹੁਤ ਸਾਰੀ ਘਾਲੀਆਂ ਘਾਲੀ। ਉਹ ਬਾਅਦ ਉਹਦੀ ਮਤਲਬ ਜਿਹੜੀ ਕੰਡੀਸ਼ਨ ਹੈ ਹੁਣ ਵਧੀਆ ਹੁੰਦੀ ਜਾ ਰਹੀ ਸੀ। ਇੱਧਰ ਜੀਤ ਦੇ ਵਿਆਹ ਨੂੰ 1.5 ਸਾਲ ਹੋ ਚੁੱਕਿਆ ਸੀ। ਨਵਾਂ ਮਹਿਮਾਨ ਆਉਣ ਵਾਲਾ ਸੀ। ਜੀਤ ਦੀ ਘਰਵਾਲੀ ਨੇ ਇੱਕ ਸੋਹਣੀ ਜਿਹੀ ਕੁੜੀ ਨੂੰ ਜਨਮ ਦਿੱਤਾ। ਠੀਕ ਹੈ ਉਹਦੇ ਘਰੇ ਬੇਟੇ ਇੱਕ ਲੜਕੀ ਨੇ ਜਨਮ ਲਿਆ, ਜਿਸ ਦੀ ਫੁਲਕਾਰੀ ਸੁਣ ਕੇ ਜੀਤ ਲੋਕਾਂ ਵਾਂਗ ਰੋਇਆ ਨਹੀਂ, ਖੁਸ਼ੀ ਵਿੱਚ ਫੁੱਲਿਆ ਨਹੀਂ ਸਮਾਇਆ। ਖੁਸ਼ੀ ਵਿੱਚ ਫੁੱਲਿਆ ਸਮਾਣਾ ਮਤਲਬ ਉਹਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ, ਮਤਲਬ ਕਿ ਘਰ ਇੱਕ ਲੜਕੀ ਨੇ ਜਨਮ ਲਿਆ। ਵੈਸੇ ਆਪਾਂ ਗੱਲ ਦੇ ਸੁਣਦੇ ਹਾਂ
ਜਨਮ ਹੁੰਦਾ ਹੈ ਤਾਂ ਲੋਕ ਬਹੁਤ ਜ਼ਿਆਦਾ ਖੁਸ਼ ਨਹੀਂ ਹੁੰਦੇ, ਪਰ ਜੀਤ ਦੀ ਜਿਹੜੀ ਮੈਂਟੈਲਿਟੀ ਸੀ ਦਿਮਾਗ ਦੀ, ਉਹ ਏਦਾਂ ਨਹੀਂ ਸੀ। ਉਹਨੇ ਹੋਰ ਭਾਗਾਂ ਵਾਲੀ ਉਹਦੇ ਘਰ ਆਈ, ਉਸਨੇ ਲੋਕਾਂ ਨੂੰ ਪਾਰਟੀ ਵੀ ਕੀਤੀ। ਪਾਰਟੀ ਮਤਲਬ ਉਹਨੇ ਲੋਕਾਂ ਨੂੰ ਮਿੱਠਾ ਜਾਂ ਕੁਝ ਵੀ ਖਿਲਾਇਆ ਪਿਲਾਇਆ, ਕਰਕੇ ਲੋਕ ਬਹੁਤ ਐਕਸਾਈਟਡ ਸੀ। ਜਿਹੜਾ ਵੀ ਲੜਕੀ ਨੂੰ ਵੇਖਦਾ ਉਸ ਪਰੀਆਂ ਵਰਗੀ ਕਹਿੰਦਾ, ਕਿਉਂਕਿ ਉਹ ਲੜਕੀ ਬਹੁਤ ਸੋਹਣੀ। ਇਹ ਸੁਣ ਕੇ ਜੀਤ ਨੇ ਉਸਦਾ ਨਾਮ ਪਰਮਿੰਦਰ, ਠੀਕ ਹੈ, ਤੇ ਉਹਨੂੰ ਪਰੀ ਪਰੀ ਕਹਿ ਕੇ ਉਹਨਾਂ ਦਾ ਸਮਾਂ ਬੜੀ ਖੁਸ਼ੀ ਲੰਘ ਰਿਹਾ ਸੀ ਬੇਟੇ। ਇੱਧਰ ਜੋ ਲੋਕ ਉਸ ਤੇ ਮੱਚਦੇ ਮਤਲਬ ਜੋ ਉਸ ਤੇ ਜਲਸ ਕਰਦੇ ਸੀ, ਉਹ ਗੱਲਾਂ ਕਰਦੇ ਰਹਿੰਦੇ ਕਿ ਹੁਣ ਪਤਾ ਲੱਗੇ ਉਸ ਦਾ ਵਿਆਹ ਕਰਨਾ ਪਵੇਗਾ, ਯਾਨੀ ਵੱਡੀ ਹੋ ਗਈ, ਹੁਣ ਉਹ ਵਿਕ ਜਾਊ। ਜਿਹੜੇ ਦੇ ਸਿਆੜ ਤੇ ਲੋਕ ਕੋਲ ਉਸਦੇ, ਮਤਲਬ ਥੋੜੀ ਬਹੁਤ ਜ਼ਮੀਨ ਉਹਦੇ ਕੋਲੇ ਆ, ਜਿਹਦੇ ਸਿਰ ਤੇ ਉਹ ਉਡਾਰੀਆਂ ਮਾਰਦਾ, ਮਤਲਬ ਖੁਸ਼ੀ ਆਪਣੀ ਲਾਈਫ ਸਪੈਂਡ ਕਰ ਰਿਹਾ, ਉਹ ਵਿਕ ਜਾਣਗੇ। ਇਹ ਲੋਕਾਂ ਦੀ ਮੈਂਟੈਲਿਟੀ ਸੀ, ਲੋਕ ਸੋਚ ਰਹੇ ਸੀ। ਸ਼ਰੀਕ ਤਾਂ ਦੇਖੋ, ਸ਼ਰੀਕ ਬੇਟੇ ਆਪਾਂ ਕੀ ਆਸ ਗੁਆਂਢ ਜੋ ਆਪਣੇ ਚਾਚੇ ਤਾਏ ਸ਼ਰੀਕ ਵਰਤੇ ਜਾਂਦਾ ਪੰਜਾਬੀ ਚ। ਇਹ ਕਿਹਾ ਗਿਆ ਕਿ ਸ਼ਰੀਕ ਤੋਂ ਕਦੇ ਵੀ ਰਾਜੀ ਨਹੀਂ ਹੁੰਦਾ, ਇਹ ਕਹਾਵਤ ਸੱਚ ਹੈ। ਉਹ ਬਸ ਜੀਤ ਨੂੰ ਉਜੜਨਾ ਹੀ ਚਾਹੁੰਦੇ ਸੀ, ਮਤਲਬ ਇਹ ਚਾਹੁੰਦੇ ਸੀ ਕਿ ਉਹ ਉੱਜੜ ਜੇ। ਉੱਜੜ ਮਤਲਬ ਉਹਦਾ ਘਰ ਜਿਹੜਾ ਹੈਗਾ ਤਹਿਸ-ਨਹਿਸ ਹੋ ਜੇ, ਠੀਕ ਹੈ। ਬੇਟੇ ਸਮਝ ਆ ਰਹੀ ਹੈ ਲੈਸਨ? मैम यस मैम, बहुत आवाज हो रही है बेटा, जिसके घर से आवाज हो रही है अपने आप को। बेटा ये टीवी किसने ऑन किया हुआ है? स्टूडेंट्स, बेटा किसी की ऐसे आवाज ना आए घर से, दूसरे को डिस्टरबेंस होती है। सारे कर दो। ਤਾਂ ਆਪਾਂ ਅੱਗੇ ਦੇਖੋ ਬੇਟਾ, ਨੈਕਸਟ ਅੱਗੇ ਕਿੱਥੋਂ ਆਪਾਂ ਪੜ ਰਹੇ ਸੀਗੇ, ਰੀਡਿੰਗ ਚੱਲ ਰਹੀ ਸੀ ਆਪਣੀ। ਹਾਂ, ਸ਼ਰੀਕ ਦੇ ਬੇਟੇ ਕਦੇ ਵੀ ਰਾਜੀ ਨਹੀਂ ਹੁੰਦਾ। ਉਹ ਇਹ ਸੋਚਣ ਲੱਗੇ ਕਿ ਇਹਦਾ ਘਰ ਉਜੜ ਜਾਏ, ਠੀਕ ਹੈ, ਤਹਿਸ-ਨਹਿਸ ਹੋ ਜਾਏ। ਦਿਨ ਰਾਤ ਬੇਟੇ ਉਹ ਉਹਦੇ ਸੁੱਖਾਂ ਸੁਖਦੇ ਰਹਿੰਦੇ, ਠੀਕ ਹੈ। ਇੱਧਰ ਉਹ ਜਿਹੜੀ ਉਹ ਪਰੀ ਲੜਕੀ ਸੀ, ਉਹ ਵੱਡੀ ਹੋ ਗਈ, ਸਕੂਲ ਜਾਣ ਲੱਗ ਪਈ, ਇਹਦਾ ਸਮਾਂ ਵਧੀਆ ਲੰਘਣ ਲੱਗਿਆ। ਹੁਣ ਭਾਗਾਂ ਵਾਲੇ ਦੀ ਸਿਹਤ ਕੁਝ ਖਰਾਬ ਰਹਿਣ ਲੱਗ ਪਈ, ਯਾਨੀ ਕਿ ਉਹ ਲੜਕੀ ਜਿਹੜੀ ਸਿਹਤ ਹੈ, ਉਹਦੀ ਮਾਂ ਦੀ ਜੋ ਸਿਹਤ ਆ ਉਹ ਖਰਾਬ ਹੋਣ ਲੱਗੀ। ਜੀਤ ਵਿਚਾਰਾ ਹੁਣ ਪਹਿਲਾਂ ਪਰੀ ਨੂੰ ਤਿਆਰ ਕਰਕੇ ਸਕੂਲ ਭੇਜਦਾ ਤੇ ਫਿਰ ਭਾਗਾਂ ਵਾਲੀ ਨੂੰ ਲੈ ਕੇ ਡਾਕਟਰ ਦੇ ਚੱਕਰ ਲਗਾਉਂਦਾ ਰਹਿੰਦਾ, ਪਰ ਭਾਗਾਂ ਵਾਲੀ ਨੂੰ ਕਿਤੋਂ ਵੀ ਫਰਕ ਨਹੀਂ ਪੈ ਰਿਹਾ ਸੀ, ਠੀਕ ਹੈ। ਜਿਵੇਂ ਲੋਕਾਂ ਦੀਆਂ ਸੁੱਖਾਂ ਰੱਬ ਨੇ ਕਬੂਲ ਕਰ ਲਈਆਂ ਹੋਣ, ਵੀ ਲੋਕ ਚਾਹੁੰਦੇ ਸੀ ਕਿ ਉਹਦੇ ਘਰੇ ਕੋਈ ਬਿਮਾਰੀ ਜਾਂ ਕੋਈ ਕਿਸੇ ਤਰੀਕੇ ਦੀ ਅੜਚਨ ਆਵੇ, ਤਾਂ ਉਹ ਹੋ ਰਹੀ ਸੀ ਉਹਦੇ ਘਰ। ਉਹ ਵੀ ਕਿਸੇ ਨੂੰ ਸੁੱਖ ਦੀ ਰੋਟੀ ਖਾਣ ਨਹੀਂ ਸੀ ਦਿੰਦਾ, ਠੀਕ ਹੈ। ਇੱਧਰ ਜੀਤ ਦੇ ਘਰ ਵਾਲੀ ਥੋੜੇ ਹੀ ਦਿਨਾਂ ਵਿੱਚ ਸੁੱਕੇ ਕਾਨੇ ਵਰਗੀ ਹੋ ਗਈ ਤੇ ਮੰਜੇ ਤੇ ਪਈ ਵੀ ਵਿਖਾਈ ਨਹੀਂ ਸੀ ਦਿੰਦੀ, ਯਾਨੀ ਕਿ ਉਹਦੀ ਸਿਹਤ ਬਹੁਤ ਵੀਕ ਹੋ ਗਈ। ਇੱਕ ਦਿਨ ਸਵੇਰੇ ਹੀ ਭਾਗਾਂ ਵਾਲੀ ਨੇ ਜੀਤ ਤੇ ਪਰੀ ਨੂੰ ਕੋਲ ਬੁਲਾਇਆ ਤੇ ਜੀਤ ਨੂੰ ਕਿਹਾ ਕਿ ਮੇਰੀ ਪਰੀ ਦਾ ਖਿਆਲ ਰੱਖੀ, ਮੇਰਾ ਤਾਂ ਅੰਤ ਸਮਾਂ ਆ ਗਿਆ ਹੈ। ਤਾਂ ਜੀਤ ਬੋਲਿਆ, ਇਹ ਤੂੰ ਕੀ ਕਹਿ ਰਹੀ ਹੈ, ਤੈਨੂੰ ਕੁਝ ਨਹੀਂ ਹੋਵੇਗਾ, ਇਹ ਤੇਰੀ ਹੀ ਪਰੀ ਹੈ, ਮੇਰੀ ਨਹੀਂ, ਮੇਰਾ ਤਾਂ ਪੁੱਤਰ ਏ। ਇਹ ਸੁਣ ਕੇ ਭਾਗਾਂ ਵਾਲੀ ਚੁੱਪ ਕਰ ਗਈ। ਥੋੜੇ ਹੀ ਸਮੇਂ ਬਾਅਦ ਉਸਨੇ ਪ੍ਰਾਣ ਪਖੇਰੂ ਉੱਡ ਗਏ, ਠੀਕ ਹੈ। ਮਤਲਬ ਪ੍ਰਾਣ ਪਖੇਰੂ ਮਤਲਬ ਇੱਕਦਮ ਉਹ ਚੁੱਪ ਹੋ ਗਈ, ਠੀਕ ਹੈ। ਹੁਣ ਜੀਤ ਤੇ ਪਰੀ ਦਾ ਹਾਲ ਵੇਖਣ ਵਾਲਾ ਸੀ, ਉਹ ਕਿਸੇ ਦੇ ਚੁੱਪ ਕਰਾਇਆ ਚੁੱਪ ਨਹੀਂ ਸੀ ਹੋ ਰਹੇ, ਮਤਲਬ ਉਹਨਾਂ ਦੀ ਜਿਹੜੀ ਹਾਲਤ ਹੈ ਬਹੁਤ ਬੁਰੀ ਹੋ ਰਹੀ ਸੀ। ਕਿਉਂਕਿ ਉਹਨਾਂ ਨੂੰ ਬਹੁਤ ਸਦਮਾ ਲੱਗਿਆ ਭਾਗਾਂ ਵਾਲੀ ਦੀ ਮੌਤ ਦਾ, ਠੀਕ ਹੈ, ਜਦੋਂ ਉਹਨੇ ਪ੍ਰਾਣ ਛੱਡੇ। ਇੰਜ ਲੱਗਦਾ ਸੀ ਜਿਵੇਂ ਉਹਨਾਂ ਆਪਣੇ ਨੈਣਾ ਦੀਆਂ ਝੀਲਾਂ ਵਾਲੇ ਬੰਨ ਤੋੜ ਦਿੱਤੇ ਹੋਣ, ਵੀ ਇੰਨੀ ਜ਼ਿਆਦਾ ਉਹਨਾਂ ਨੂੰ ਮਤਲਬ ਉਹ ਲੱਗ ਰਹੀ ਸੀ, ਤੇ ਪਾਣੀ ਦਾ ਹੜ ਆ ਗਿਆ ਹੋਵੇ। ਭਾਗਾਂ ਵਾਲੀ ਦੇ ਅੰਤਿਮ ਰਸਮਾਂ ਪੂਰੀਆਂ ਕੀਤੀਆਂ ਗਈਆਂ। ਹੁਣ ਤਾਂ ਜਿਵੇਂ ਘਰ ਵਿੱਚ ਭੁਚਾਲ ਜਿਹਾ ਆ ਗਿਆ ਹੋਵੇ, ਹਰ ਚੀਜ਼ ਬਿਖਰੀ ਪਈ ਸੀ। ਜੀਤ ਤਾਂ ਵਿਚਾਰਾ ਟੁੱਟ ਚੁੱਕਿਆ ਸੀ। ਜਦੋਂ ਪਰੀ ਨੂੰ ਵੇਖਦਾ ਤਾਂ ਹੋਰ ਵੀ ਉਦਾਸ ਹੋ ਜਾਂਦਾ ਕਿ ਇਸ ਦਾ ਕੀ ਬਣੇਗਾ। ਇਸ ਤਰ੍ਹਾਂ ਸਮਾਂ ਬੀਤਦਾ ਗਿਆ। ਜੀਤ ਨੇ ਆਪਣੇ ਆਪ ਨੂੰ ਸੰਭਾਲਿਆ ਤੇ ਪਰੀ ਨੂੰ ਵਧੀਆ ਪੜ੍ਹਾ ਕੇ ਅਫਸਰ ਬਣਾਉਣ ਦਾ ਪ੍ਰਣ ਲਿਆ। ਪ੍ਰਣ ਮਤਲਬ
ਪ੍ਰੋਮਿਸ ਲਿਆ, ਉਹਨੇ ਆਪਣੇ ਆਪਣਾ ਦਾਵਾ ਕੀਤਾ ਕਿ ਮੈਂ ਜ਼ਿੰਦਗੀ ਦੇ ਵਿੱਚ ਇਹਨੂੰ ਕੁਝ ਬਣਾਵਾਂਗਾ ਲੜਕੀ ਨੂੰ। ਤੇ ਮੇਰੀ ਜ਼ਿੰਦਗੀ ਤਾਂ ਗੁਜ਼ਰ ਗਈ ਹੈ, ਪਰ ਇਹ ਤਾਂ ਵਿਚਾਰੀ ਨਾ ਰੁਲੀ। ਹੁਣ ਪਰੀ ਵੀ 10ਵੀਂ ਪਾਸ ਕਰ ਗਈ ਸੀ, ਹੁਣ ਉਸਨੂੰ ਅੱਗੇ ਵੱਡੇ ਸਕੂਲ ਭੇਜਣਾ ਸੀ। ਤਾਂ ਜੀਤ ਨੇ ਪਰੀ ਨਾਲ ਸਲਾਹ ਕੀਤੀ ਕਿ ਸ਼ਹਿਰ ਵਧੀਆ ਸਕੂਲ ਚਲੀ ਜਾ। ਜਦ ਤਾਂ ਉਹ ਬੋਲੀ, ਪਾਪਾ ਤੁਸੀਂ ਇਕੱਲੇ ਕਿਵੇਂ ਰਹੋਗੇ? ਤਾਂ ਜੀਤ ਨੇ ਕਿਹਾ, ਕੁਝ ਨਹੀਂ ਹੁੰਦਾ ਪੁੱਤਰ। ਇਸ ਤਰ੍ਹਾਂ ਜੀਤ ਨੇ ਪਰੀ ਨੂੰ ਸ਼ਹਿਰ ਹੋਸਟਲ ਵਿੱਚ ਭੇਜ ਦਿੱਤਾ। ਮਨਪ੍ਰੀਤ ਸਿੰਘ, ਡੂ ਨਾਟ ਡਰਾ ਲਾਈਨਸ, ਲਾਈਨਸ ਡਰਾ ਨਹੀਂ ਕਰਨੀਆਂ, ਸਮਝੋ ਲੈਸਨ ਨੂੰ। ਇਸ ਤਰ੍ਹਾਂ ਜੀਤ ਨੇ ਪਰੀ ਨੂੰ ਸ਼ਹਿਰ ਹੋਸਟਲ ਵਿੱਚ ਭੇਜ ਦਿੱਤਾ ਕਿ ਤੂੰ ਮਨ ਲਾ ਕੇ ਪੜ੍ਹਾਈ ਕਰ, ਠੀਕ ਹੈ, ਮੇਰਾ ਫਿਕਰ ਨਾ ਕਰ, ਜਿਸ ਚੀਜ਼ ਦੀ ਜ਼ਰੂਰਤ ਹੋਵੇ ਮੰਗਾ ਲਵੀਂ। ਲੋਕੀ ਗੱਲਾਂ ਬਣਾਉਣ ਲੱਗ ਪਏ। ਹਰ ਔਰਤ ਦੇ ਮੂੰਹ ਤੇ ਇੱਕੋ ਗੱਲ ਹੁੰਦੀ ਕਿ ਹੁਣ ਦੇਖੀ ਜੀਤ ਦੀ ਲਾਡਲੀ ਸ਼ਹਿਰ ਵਿੱਚ ਕੀ ਕੀ ਕਾਰੇ ਕਰੂਗੀ। ਇਹ ਮਾਰੂਗੀ ਕਿਸੇ ਨਾਲ ਉਡਾਰੀ, ਸਾਰੇ ਪਿੰਡ ਦੀ ਮਿੱਟੀ ਪੱਟੂਗੀ। ਪਹਿਲਾਂ ਤਾਂ ਪਿੰਡ ਵਿੱਚੋਂ ਹੀ ਕਿਸੇ ਨੇ ਕੁੜੀ ਬਾਹਰ ਨਹੀਂ ਕੱਢੀ। ਕੁੜੀਆਂ ਤਾਂ ਪਰਦੇ ਵਿੱਚ ਹੀ ਸੋਹਣੀਆਂ ਲੱਗਦੀਆਂ ਨੇ, ਫਿਰ ਹੀ ਇੱਜ਼ਤ ਰਹਿੰਦੀ ਏ ਘਰ ਦੀ ਤੇ ਪਿੰਡ ਦੀ। ਯਾਨੀ ਕਿ ਉਹਨਾਂ ਦੀ ਜਿਹੜੀ ਦਿਮਾਗ ਦੀ ਮੈਂਟੈਲਿਟੀ ਸੀ ਲੋਕਾਂ ਦੀ, ਉਹ ਉਸ ਤਰੀਕੇ ਨਾਲ ਉਹਨੂੰ ਸੋਚਣ ਲੱਗੇ। ਇੱਧਰ ਜੀਤ ਨੇ ਲੋਕਾਂ ਦੀ ਪਰਵਾਹ ਨਾ ਕੀਤੀ ਤੇ ਹਾਥੀਆਂ ਵਾਂਗੂ ਮਸਤ ਚਾਲ ਚੱਲਦਾ ਰਿਹਾ। ਹੁਣ ਪਰੀ ਨੇ ਵੀ ਆਪਣੇ ਬਾਪ ਦੀ ਇੱਜ਼ਤ ਦਾ ਪੂਰਾ ਖਿਆਲ ਰੱਖਿਆ। ਉਹ ਹਮੇਸ਼ਾ ਹੀ ਫਸਟ ਆਉਂਦੀ ਤੇ ਆਪਣੇ ਪਿਤਾ ਦਾ ਨਾਂ ਰੋਸ਼ਨ ਕਰਦੀ ਰਹਿੰਦੀ। ਪਰੀ ਨੇ ਹੁਣ ਆਪਣੀ ਪੜ੍ਹਾਈ ਖਤਮ ਕਰ ਲਈ ਤੇ ਉਹ ਪਿੰਡ ਆ ਗਈ। ਲੋਕ ਉਸਨੂੰ ਅੱਖਾਂ ਪੜ ਪੜ ਕੇ ਵੇਖ ਰਹੇ ਸੀ, ਕਿਉਂਕਿ ਉਸ ਵਿੱਚ ਭੋਰਾ ਵੀ ਫਰਕ ਨਹੀਂ ਪਿਆ। ਉਹੀ ਸਲੀਕਾ, ਉਹੀ ਪਹਿਰਾਵਾ, ਉਹੀ ਸ਼ਰਮ ਹਿਆ ਤੇ ਹਰ ਇੱਕ ਨੂੰ ਇੱਜ਼ਤ ਦੇਣੀ। ਇਹ ਦੇਖ ਕੇ ਲੋਕ ਹੱਕੇ ਬੱਕੇ ਰਹਿ ਗਏ, ਕਿਉਂਕਿ ਉਹ ਲੜਕੀ ਜਿਹੜੇ ਸੰਸਕਾਰਾਂ ਨਾਲ ਗਈ ਸੀ ਉਹਨਾਂ ਨਾਲ ਹੀ ਉਹ ਪੜ੍ਹਾਈ ਵਾਪਸ ਕਰਕੇ ਸ਼ਹਿਰ ਤੋਂ ਪਿੰਡ ਆਈ ਹੈ। ਉਹ ਆਪਣੇ ਘਰ ਆ ਕੇ ਪਾਪਾ ਨਾਲ ਗਲਵੱਕੜੀ ਪਾ ਕੇ ਮਿਲੀ। ਉਹਨਾਂ ਰਾਤ ਖੂਬ ਗੱਲਾਂ ਕੀਤੀਆਂ ਤੇ ਫਿਰ ਉਹਨਾਂ ਨੇ ਅੱਗੇ ਬਾਰੇ ਗੱਲ ਕੀਤੀ। ਤਾਂ ਪਰੀ ਨੇ ਕਿਹਾ ਕਿ ਮੈਂ ਆਪਣੇ ਪਿੰਡ ਵਿੱਚ ਨੌਕਰੀ ਕਰਾਂਗੀ। ਉਹ ਦੂਸਰੇ ਦਿਨ ਹੀ ਨੌਕਰੀ ਦੀ ਭਾਲ ਕਰਨ ਲੱਗੇ। ਉਹਨਾਂ ਦੀ ਰੱਬ ਨੇ ਸੁਣ ਲਈ। ਪਿੰਡ ਦੇ ਸਕੂਲ ਵਿੱਚ ਹੈਡਮਾਸਟਰ ਦੀ ਪੋਸਟ ਖਾਲੀ ਪਈ ਸੀ ਤੇ ਉਸਨੂੰ ਪਤਾ ਲੱਗ ਤੇ ਉਸਨੂੰ ਉਸ ਤੇ ਲਗਾ ਦਿੱਤਾ। ਉਹ ਸਕੂਲ ਜਾਣ ਲੱਗ ਪਈ। ਇੱਧਰ ਜੀਤ ਵੀ ਹੁਣ ਹਿੱਕ ਤਾਣ ਕੇ ਤੁਰਨ ਲੱਗ ਪਿਆ, ਕਿਉਂਕਿ ਉਸਨੇ ਜੋ ਪ੍ਰਣ ਕੀਤਾ ਸੀ ਉਹ ਪੂਰਾ ਹੋ ਗਿਆ। ਇੱਧਰ ਪਿੰਡ ਦੀਆਂ ਔਰਤਾਂ ਜੋ ਕਹਿੰਦੀਆਂ ਸਨ ਕਿ ਇੱਜ਼ਤ ਮਿੱਟੀ ਵਿੱਚ ਮਿਲਾਵੇਗੀ, ਉਹ ਗੱਲ ਅੱਜ ਬਦਲ ਗਈ। ਉਸਨੇ ਪਿੰਡ ਦੀ ਇੱਜ਼ਤ ਬਣਾ ਦਿੱਤੀ। ਇਹ ਤਾਂ ਅਸਲ ਵਿੱਚ ਹੀ ਉਡਾਰੀ ਮਾਰੂਗੀ, ਇਹ ਲੰਬੀ ਉਡਾਰੀ ਮਾਰਦੀ ਹੈ, ਪੜ੍ਹ ਲਿਖ ਕੇ ਨਹੀਂ। ਇਹ ਤਾਂ ਸੋਚ ਹੀ ਬਦਲ ਦਿੱਤੀ। ਕਿੰਨਾ ਸੋਚਦੀ ਹੈ ਲੜਕੀਆਂ ਤੇ ਪਿੰਡ ਬਾਰੇ, ਹੈ ਨਾ। ਅਸੀਂ ਤਾਂ ਗਲਤ ਸਮਝਦੀਆਂ ਸੀ ਸਾਡੀਆਂ ਬੱਚੀਆਂ ਵੀ ਗਿਆਨ ਵੰਡ ਸਕਦੀਆਂ ਨੇ, ਇਹ ਵੀ ਪਰੀ ਬਣ ਸਕਦੀਆਂ ਨੇ। ਅਸੀਂ ਵੀ ਉਹਨਾਂ ਨੂੰ ਗਿਆਨ ਤੇ ਅੰਬਰਾਂ ਦੀ ਉਡਾਰੀ ਲਵਾਵਾਂਗੇ। ਯਾਨੀ ਕਿ ਉਹ ਹੁਣ ਪਰੀ ਦੇ ਪੱਖ 'ਚ ਬੋਲਣ ਲੱਗੀਆਂ, ਠੀਕ ਹੈ। ਤੇ ਉਹਨਾਂ ਸਾਰਿਆਂ ਨੇ ਸੋਚਿਆ ਕਿ ਜੇ ਪਰੀ ਇਹ ਸਭ ਕੁਝ ਕਰ ਸਕਦੀ ਹੈ ਤਾਂ ਸਾਡੀਆਂ ਕੁੜੀਆਂ ਕਿਉਂ ਨਹੀਂ। ਅਸੀਂ ਆਪਣੇ ਬੱਚੀਆਂ ਬਾਰੇ ਆਪ ਹੀ ਸਹੀ ਨਹੀਂ ਸੋਚਦੀਆਂ ਤਾਂ ਦੁਨੀਆ ਕੀ ਸਹੀ ਸੋਚੂਗੀ, ਠੀਕ ਹੈ। ਇਸ ਕਰਕੇ ਬੇਟੇ ਦਿਮਾਗ ਦੀ ਜਿਹੜੀ ਮੈਂਟੈਲਿਟੀ ਉਹਨੂੰ ਚੇਂਜ ਕਰਨਾ ਚਾਹੀਦਾ। ਜੇ ਅਸੀਂ ਆਪਣੇ ਬੱਚੇ ਬਾਰੇ ਸਹੀ ਸੋਚਾਂਗੇ ਤਾਂ ਹੀ ਦੂਸਰਾ ਸੋਚੂਗਾ। ਬਹੁਤ ਅੱਛਾ ਲੈਸਨ ਹੈ ਇਹ, ਬਹੁਤ ਅੱਛੀ ਸਿੱਖਤ ਮਿਲਦੀ ਹੈ ਇਸ ਤੋਂ, ਠੀਕ ਹੈ। ਤੇ ਹੁਣ ਤਾਂ ਪਰੀ ਕੋਲ ਔਰਤਾਂ ਦੀ ਲਾਈਨ ਲੱਗੀ ਰਹਿੰਦੀ ਤੇ ਔਰਤਾਂ ਆਪਣੀਆਂ ਬੱਚਿਆਂ ਨੂੰ ਸਕੂਲ ਦਾਖਲ ਕਰਾਉਣ ਲਈ ਕਾਹਲੀ ਸੀ, ਠੀਕ ਹੈ। ਤਾਂ ਕਿਸੇ ਨੇ ਵੀ ਕੁੜੀ ਨੂੰ ਵੇਖਣ ਲਈ ਮਿਲਦੀ, ਕਿਉਂਕਿ ਉਹ ਤਾਂ ਸਾਰੀਆਂ ਸਕੂਲ ਵਿੱਚ ਹੁੰਦੀਆਂ ਸੀ। ਇਸ ਤਰ੍ਹਾਂ ਪਰੀ ਦੇ ਸੁਪਨਿਆਂ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਤੇ ਸਰਕਾਰ ਨੇ ਵੀ ਪਰੀ ਨੂੰ ਤਰੱਕੀ ਬਖਸ਼ੀ। ਪਿੰਡ ਵਾਲਿਆਂ ਨੂੰ ਵੀ ਪਰੀ ਤੇ ਮਾਣ ਸੀ, ਕਿਉਂਕਿ ਉਹਨਾਂ ਦੇ ਪਿੰਡਾਂ ਦਾ ਨਾਂ ਪਹਿਲਾਂ ਆਉਂਦਾ ਸੀ। ਹੁਣ ਪਰੀ ਲਈ ਇੱਕ ਵਧੀਆ ਚੰਗਾ ਮੁੰਡਾ ਦੇਖ ਕੇ ਜੀਤ ਨੇ ਉਸਦਾ ਵਿਆਹ ਕਰਵਾ ਦਿੱਤਾ। ਉਹ ਬਹੁਤ ਖੁਸ਼ ਸੀ ਤੇ ਭਾਗਾਂ ਵਾਲੀ ਨੂੰ ਕਹਿ ਰਿਹਾ ਸੀ ਕਿ ਤੇਰੀ ਲਾਡਲੀ ਪਰੀ ਨੇ ਕਮਾਲ ਕਰਤੀ। ਸਾਰੇ ਲੋਕਾਂ ਦਾ ਮੂੰਹ ਬੰਦ ਹੋ ਗਿਆ ਤੇ ਲੋਕ ਤੈਨੂੰ ਕਹਿੰਦੇ ਨੇ ਕਿ ਭਾਗਾਂ ਵਾਲੇ ਦੇ ਦੁੱਧ ਦੀ ਲਾਜ ਰੱਖ ਲਈਏ ਪਰੀ ਨੇ। ਤੈਨੂੰ ਮਾਣ ਹੋਣਾ ਚਾਹੀਦਾ ਹੈ ਆਪਣੀ ਪਰੀ ਤੇ ਉਸਦੇ ਸਦਕਾ ਅੱਜ ਪਿੰਡ ਦੀਆਂ ਕਿੰਨੀਆਂ ਪਰੀਆਂ ਗਿਆਨ ਤੇ ਅੰਬਰਾਂ ਦੀਆਂ ਉਡਾਰੀਆਂ ਲਾ ਰਹੀਆਂ ਹਨ। ਉਹ ਭਾਗਾਂ ਵਾਲੀ ਦੀ ਫੋਟੋ ਨਾਲ ਗੱਲਾਂ ਕਰਦਾ ਰਹਿੰਦਾ ਤੇ ਰੋ ਪੈਂਦਾ। ਇੰਨੇ ਨੂੰ ਬਾਹਰੋਂ ਆਵਾਜ਼ ਆਈ, ਪਾਪਾ। ਤਾਂ ਜੀਤ ਨੇ ਆਪਣੇ ਹੰਝੂ ਪੁੰਝਦੇ ਬਾਹਰ ਗਿਆ ਤਾਂ ਪਰੀ ਆਪਣੇ ਪਤੀ ਨਾਲ ਪਹਿਲੀ ਵਾਰ ਪੇਕੇ ਆਈ ਸੀ। ਹੁਣ ਜੀਤ ਉਹਨਾਂ ਨੂੰ ਗਲਵੱਕੜੀ ਪਾ ਕੇ ਭੁੱਲ ਚੁੱਕਿਆ ਸੀ ਕਿ ਉਸਦੇ ਅੰਦਰ ਕੋਈ ਦੁੱਖ ਵੀ ਹੈ। ਯਾਨੀ ਕਿ ਉਹਨਾਂ ਨੂੰ ਦੇਖ ਕੇ ਇੰਨੀ ਖੁਸ਼ੀ ਹੋਈ ਕਿ ਉਹ ਆਪਦੇ ਦੁੱਖ ਨੂੰ ਲੁਕੋ ਲਿਆ ਉਹਨੇ, ਠੀਕ ਹੈ। ਤਾਂ ਬੇਟੇ ਲੈਸਨ ਦਾ ਜਿਹੜਾ ਕਨਸੈਪਟ ਹੈ ਉਹ ਕੀ ਹੈ? ਮੇਨ ਉਡਾਰੀ, ਠੀਕ ਹੈ। ਉਡਾਰੀ ਦਾ ਮਤਲਬ ਇਹ ਨਹੀਂ ਕਿ ਉੱਡਣਾ। ਉਡਾਰੀ ਦਾ ਮਤਲਬ ਇਹ ਹੈ ਕਿ ਇਸ ਲੈਸਨ ਦੇ ਅਕੋਰਡਿੰਗ ਗੱਲ ਕਰ ਰਹੇ ਹਾਂ ਆਪਾਂ ਕਿ ਅੰਬਰਾਂ ਦੇ ਵਿੱਚ ਆਪਣਾ ਨਾਂ ਰੋਸ਼ਨ ਕਰਨਾ, ਠੀਕ ਹੈ। ਆਪਣੇ ਪੇਰੈਂਟਸ ਦੇ, ਆਪਣੇ ਟੀਚਰਸ ਤੇ ਆਪਣੇ ਪਿੰਡ ਦਾ ਨਾਂ ਰੋਸ਼ਨ ਕਰਨਾ, ਠੀਕ ਹੈ ਨਾ। ਤਾਂ ਉਹਨੇ ਜਿਹੜੀ ਉਡਾਰੀ ਲਗਾਈ ਉਹਦੇ ਨਾਲ ਉਹਦੇ ਪਿੰਡ ਦਾ ਜਿਹੜਾ ਨਾਂ ਹੈ ਉਹ ਰੋਸ਼ਨ ਹੋ ਗਿਆ ਪੂਰੀ ਤਰੀਕੇ ਨਾਲ, ਠੀਕ ਹੈ। ਉਹਦੇ ਪਾਪਾ
ਦੇ ਬਾਰੇ ਜਿਹੜੇ ਲੋਕ ਗੱਲਾਂ ਕਰਦੇ ਸੀ ਜਾਂ ਉਹਦੇ ਪੇਰੈਂਟਸ ਬਾਰੇ ਲੋਕ ਗੱਲਾਂ ਕਰਦੇ ਸੀ, ਉਹਨਾਂ ਸਾਰਿਆਂ ਦੇ ਜਿਹੜੀ ਮਨ ਦੇ ਵਿੱਚ ਉਹ ਸੀ ਨੈਗੇਟਿਵਿਟੀ ਸੀ, ਉਹ ਦੂਰ ਕਰਤੀ ਉਹਨੇ, ਲੜਕੀ ਨੇ। ਕਿਵੇਂ ਦੂਰ ਕੀਤੀ ਬੇਟੇ? ਇੱਕ ਅੱਛੇ ਸੰਸਕਾਰਾਂ ਨਾਲ ਪੜ੍ਹ ਲਿਖ ਕੇ। ਇਸ ਕਰਕੇ ਸਾਨੂੰ ਪੜ੍ਹਾਈ ਕਰਨੀ ਚਾਹੀਦੀ ਹੈ, ਬਟ ਨਾਲ ਨਾਲ ਆਪਣੇ ਸੰਸਕਾਰ ਜਿਹੜੇ ਨੇ ਉਹ ਰੱਖਣੇ ਚਾਹੀਦੇ ਨੇ, ਠੀਕ ਹੈ। ਸਾਨੂੰ ਆਪਣੇ ਸੰਸਕਾਰ ਨਹੀਂ ਭੁੱਲਣੇ ਚਾਹੀਦੇ, ਆਪਣੇ ਪੇਰੈਂਟਸ, ਆਪਣੇ ਪਿੰਡ, ਸਭ ਦੀ ਇੱਜ਼ਤ ਮਾਣ ਦਾ ਧਿਆਨ ਰੱਖਣਾ ਚਾਹੀਦਾ ਹੈ, ਤਾਂ ਜੋ ਅਸੀਂ ਪੜ੍ਹ ਲਿਖ ਕੇ ਅੰਬਰਾਂ ਤੇ ਉਡਾਰੀ ਮਾਰ ਸਕੀਏ। ਬੇਟਾ ਇੱਕ ਅੱਛੀ ਸਟੱਡੀ ਦਾ ਫਾਇਦਾ ਹੀ ਤਾਂ ਹੈ ਜੇ ਅਸੀਂ ਸੰਸਕਾਰੀ ਹਾਂ, ਠੀਕ ਹੈ। ਜੇ ਸਾਡੇ ਸੰਸਕਾਰ ਸਾਡੇ ਨਾਲ ਨਹੀਂ ਹਨ ਤਾਂ ਸਾਡੀ ਪੜ੍ਹਾਈ ਦਾ ਵੀ ਕੋਈ ਫਾਇਦਾ ਨਹੀਂ। ਤਾਂ ਬਹੁਤ ਅੱਛਾ ਚੈਪਟਰ ਸੀ ਬੇਟੇ, ਆਈ ਹੋਪ ਤੁਹਾਨੂੰ ਸਾਰਿਆਂ ਨੂੰ ਸਮਝ ਆ ਗਿਆ ਹੋਊਗਾ। ਜੇ ਤੁਹਾਡੀ ਕੋਈ ਕਿਊਰੀਜ਼ ਹੈਗੀਆਂ ਦੈਨ ਤੁਸੀਂ WhatsApp ਤੇ ਮੇਰੇ ਨਾਲ ਕੰਸਰਨ ਕਰ ਸਕਦੇ ਹੋ। ਤੇ ਆ ਸਭ ਤੋਂ ਨੀਚੇ ਦੇਖੋ, ਤੁਸੀਂ ਫਸਟ ਆਫ ਆਲ ਕੀ ਕਰਨਾ ਹੈ, ਸ਼ਬਦ ਜਿਹੜੇ ਅਰਥ ਨੇ ਉਹ ਲਿਖਣੇ ਨੇ। ਜੇ ਤੁਹਾਡੇ ਕੋਲ ਬੁੱਕ ਹੈ ਦੈਟਸ ਗੁੱਡ, ਜੇ ਬੁੱਕ ਨਹੀਂ ਹੈਗੀ ਤਾਂ ਤੁਸੀਂ WhatsApp ਤੇ ਜਾਇਓ, ਤੁਹਾਡੀ ਕਲਾਸ ਦੇ ਗਰੁੱਪ ਦੇ ਵਿੱਚ ਮੈਨੇ PDF ਸੈਂਡ ਕੀਤਾ ਹੈ, ਉੱਥੇ ਸ਼ਬਦ ਅਰਥ ਸੈਂਡ ਕੀਤੇ ਹੈ ਮੈਨੇ, ਸ਼ਬਦ ਵਿਕਾਸ, ਠੀਕ ਹੈ। ਗਲਵੱਕੜੀ ਜਿਵੇਂ ਜੱਫੀ ਹੁੰਦਾ ਹੈ, ਸਿਆੜ ਦਾ ਮਤਲਬ ਕਿੱਲੇ ਜ਼ਮੀਨ ਨੂੰ ਕਹਿੰਦੇ ਆ ਆਪਾਂ, ਤਾਂ ਇਹ ਸਾਰੇ ਇਹ ਪਹਿਲਾਂ ਇਹ ਸ਼ਬਦ ਵਿਕਾਸ ਸ਼ਬਦ ਅਰਥ ਲਿਖ ਲੈਣੇ ਨੇ ਸਟੂਡੈਂਟਸ। ਉਸ ਤੋਂ ਬਾਅਦ ਜੋ ਫਿਲਿਪਸ ਤੇ ਟਰੂ ਫਾਲਸ ਦਾ ਕੰਮ ਹੋਏਗਾ ਉਹ ਬੁੱਕ ਤੇ ਹੀ ਕਰਨਾ ਹੈ, ਠੀਕ ਹੈ। ਤੇ ਸ਼ਬਦ ਅਰਥ ਤੇ ਓਨਲੀ ਕੁਐਸਚਨ ਆਨਸਰ, ਇੱਕ ਕੁਐਸਚਨ ਆਨਸਰ ਹੈ ਤੁਹਾਡੇ, ਉਹ ਵੀ ਫੇਅਰ ਨੋਟਬੁੱਕ ਤੇ ਕਰਨੇ ਆ ਤੁਸੀਂ। ਓਕੇ ਸਟੂਡੈਂਟਸ।